ਸੋ ਪਿਛਲੇ ਦੀਵਾਨਾਂ ਅੰਦਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ ਕਿ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਕੋਲ ਭੀਮ ਚੰਦ ਦੇ ਭੇਜੇ ਹੋਏ ਪੰਮਾ ਪ੍ਰੋਹਤ ਤੇ ਕੇਸਰੀ ਚੰਦ ਆਏ ਹਨ, ਜਿਨ੍ਹਾਂ ਵੱਲੋਂ ਕੀਤੀ ਗਈ ਦ੍ਰਿਸ਼ਟਤਾ ਦੇ ਕਾਰਨ ਸਤਿਗੁਰਾਂ ਵੱਲੋਂ ਦੀਵਾਨ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪਤਾ ਲੱਗਣ ਤੋਂ ਮਸੰਦ ਬੜੇ ਚਿੰਤਾਤਰ ਹੋਏ ਕਿ ਭੀਮ ਚੰਦ ਆਪਣੀ ਫੌਜ ਸੰਯੁਕਤ ਹਮਲਾ ਕਰੇਗਾ। ਮਾਤਾ ਜੀ ਨੂੰ ਜਾ ਕੇ ਕਿਹਾ ਕਿ ਤੁਸੀਂ ਜੰਗ ਰੋਕ ਸਕਦੇ ਹੋ। ਸਤਿਗੁਰਾਂ ਨੂੰ ਕਹਿ ਕੇ ਜੰਗ ਜਿਹੜਾ ਸਥਗਿਤ ਕਰੋ। ਹਾਲਾਤ ਜੰਗ ਦੇ ਬਣ ਗਏ ਹਨ ਤੇ ਮਾਤਾ ਜੀ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਕੋਲ ਆਏ ਤੇ ਹੋਈ ਇਸ ਗੱਲ ਦੇ ਬਾਬਤ ਸਤਿਗੁਰਾਂ ਨੂੰ ਕਹਿੰਦੇ ਆਏ ਕਿ ਇਸ ਤਰ੍ਹਾਂ ਉਚਿਤ ਨਹੀਂ ਸੀ ਧੱਕੇ ਮਾਰ ਕੇ ਕੱਢਣਾ। ਇਸ ਵਾਸਤੇ ਭੀਮ ਚੰਦ ਜਿਹੜਾ ਹੈ ਉਹਦੇ ਨਾਲ ਮੇਲ ਮਿਲਾਪ ਰੱਖੋ ਤੇ ਇਹੀ ਸ੍ਰੇਸ਼ਟ ਤੇ ਉੱਤਮ ਗੱਲ ਹੈ। ਜਿਸ ਨੂੰ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੀ ਕਿਉਂ ਤੁਸੀਂ ਚਿੰਤਾ ਕਰਦੇ ਹੋ? ਅਕਾਲ ਪੁਰਖ ਦੇ ਭਾਣੇ ਵਿੱਚ ਪ੍ਰਸੰਨ ਰਹੋ। ਦੇ ਭੇਜੇ ਅਸੀਂ ਆਏ ਹਾਂ। ਦੁਸ਼ਟਾਂ ਨੂੰ ਸੋਧਨ ਹੀ ਸਾਡਾ ਆਗਮਨ ਹੋਇਆ ਹੈ। ਅਸੀਂ ਕਿਸੇ ਦੇ ਤਲੇ ਦਬ ਕੇ ਨਹੀਂ ਰਹਾਂਗੇ। ਸੋ ਇਤਿਆਦ ਬਚਨ ਬਲਾਸ ਮਾਤਾ ਜੀ ਦੇ ਨਾਲ ਹੋਏ ਹੈ। ਮਾਤਾ ਜੀ ਸੁਣ ਕੇ ਬਚਨ ਚੁੱਪ ਕਰਕੇ ਉੱਠ ਕੇ ਘਰ ਨੂੰ ਆ ਗਏ। ਸਤਿਗੁਰੂ ਜੀ ਉੱਧਰ ਜੰਗ ਦੀ ਤਿਆਰੀ ਵਿੱਚ ਰੁੱਝ ਗਏ ਹੈ। ਇਹ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਗੁਰ ਇਤਿਹਾਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਇਓ ਕੇਸਰੀ ਚੰਦ ਤਬ ਪੰਮਾ ਜਿਸ ਕੈ ਸਾਥ। ਕੇਸਰੀ ਚੰਦ ਤੇ ਪੰਮਾ ਪ੍ਰੋਹਤ ਜੀ ਦੇ ਨਾਲ ਇਹ ਚਲੇ ਗਏ ਹੈ। ਜਨ ਲੂਟਿਓ ਬਣਿਓ ਕਿਣੈ ਝੂਰਤ ਜਾਤ ਧੁਨ ਮਾਥ। ਮਨ ਜਿਵੇਂ ਕਿਸੇ ਬਾਣੀਏ ਨੂੰ ਲੁੱਟ ਲਿਆ ਹੋਵੇ ਤੇ ਉਹ ਝੂਰਦਾ ਹੋਇਆ ਜਾ ਰਿਹਾ ਹੋਵੇ। ਇਉਂ ਝੂਰਦੇ ਗਏ ਹੈ ਦੋਨੋਂ ਹੀ, ਪੰਮਾ ਪ੍ਰੋਹਤ ਵੀ ਤੇ ਕੇਸਰੀ ਚੰਦ ਵੀ। ਨਿਸ਼ਾਨੀ ਛੰਦ ਨਿਜ ਰਾਜਧਾਨੀ ਨਗਰ ਮਹਿ ਪਹੁੰਚੇ ਸਹਸਾਈ। ਬੜੀ ਛੇਤੀ ਆਪਣੀ ਰਾਜਧਾਨੀ ਆਪਣੇ ਨਗਰ ਬਿਲਾਸਪੁਰ ਪਹੁੰਚੇ ਹੈ। ਉਤਰ ਤਰੰਗਨ ਤੇ ਗਏ ਬੈਠਿਓ ਜਹ ਗਾਈ ਰਾਈ। ਜਿੱਥੇ ਰਾਜਾ ਭੀਮ ਚੰਦ ਬੈਠਾ ਹੋਇਆ ਸੀ, ਘੋੜੇ ਤੋਂ ਉਤਰ ਕੇ ਉਹਦੇ ਕੋਲ ਗਏ ਹੈ। ਪੱਗਿਆ ਪਟਕੀ ਅਗਰ ਤਬ ਦ੍ਰਿਗ ਅਸ਼ੂ ਸ਼ੋਰੇ। ਆਪਣੀ ਪੱਗ ਸਿਰੋਂ ਲਾ ਕੇ ਭੀਮ ਚੰਦ ਦੇ ਅੱਗੇ ਸੁੱਟੀ ਹੈ ਤੇ ਨੇਤਰਾਂ ਵਿੱਚੋਂ ਹੰਝੂ ਵਹਿ ਤੁਰੇ ਇਹਨਾਂ ਦੇ। ਸਭ ਰਾਜਨ ਮਹਿ ਪਤ ਗਈ ਪਠ ਕਰ ਗੁਰ ਓਰੇ। ਕਹਿਣ ਲੱਗੇ ਕਿ ਸਤਿਗੁਰਾਂ ਵੱਲ ਤੁਸੀਂ ਸਾਨੂੰ ਭੇਜਿਆ। ਫਿਰ ਰਾਜਨ ਭੀਮ ਚੰਦ ਗੁਰਾਂ ਕੋਲ ਜਾਣ ਕਾਰਨ ਸਾਰੇ ਰਾਜਿਆਂ ਵਿੱਚ ਪਾਤਾ ਬਰੋ ਚਲੀ ਗਈ ਹੈ। ਤਿਸ ਤੇ ਜਾਚਤ ਵਸਤ ਕੋ ਨਿਤ ਛਿਪਰ ਜੋ ਛੀਨੇ। ਹਿਤ ਛਿਪਰ ਜੋ ਛੀਨੇ। ਕਿਹਦੇ ਕੋਲੋਂ ਵਸਤੂ ਮੰਗਦੇ ਹੋ? ਕਲਗੀਆਂ ਵਾਲੇ ਕੋਲੋਂ, ਜਿਹੜੇ ਛੇਤੀ ਹੀ ਤੁਹਾਡੀ ਛਿੱਤ ਇਸ ਧਰਤੀ ਨੂੰ, ਅਵਨੀ ਨੂੰ, ਤੁਹਾਡੇ ਰਾਜ ਨੂੰ ਤੁਹਾਡੇ ਕੋਲੋਂ ਖੋਹ ਲੈਣ ਦੀ ਤਿਆਰੀ ਵਿੱਚ ਹੈ। ਕਰਹਿ ਅਰਾਂਦਾ ਰਾਜ ਕੋ ਬਲ ਕਰ ਮਦ ਭੀਨੇ। ਬਲ ਕਰਕੇ ਨਸ਼ੇ ਵਿੱਚ ਚੂਰ, ਬਲ ਦੇ ਨਸ਼ੇ ਵਿੱਚ ਚੂਰ ਸਤਿਗੁਰੂ ਜੀ ਰਾਜ ਕਰਨ ਦਾ ਇਰਾਦਾ ਰੱਖਦੇ ਹੈ। ਲਾਤਨ ਮੁਸ਼ਟਨ ਕੂਟ ਕਰ ਹਮ ਵਾਹਿਰ ਨਿਕਾਰੇ। ਲੱਤਾਂ ਤੇ ਮੁਕੀਆਂ ਨਾਲ ਕੁੱਟ ਕੇ ਸਾਨੂੰ ਸਭਾ ਚੋਂ ਬਾਹਰ ਕੱਢਿਆ ਹੈ। ਹਸਹਿ ਆਨੰਦਪੁਰ ਕੇਰਨ
ਨ੍ਰਿਪ ਕੇ ਜਨ ਮਾਰੇ। ਜਿਹੜੇ ਆਨੰਦਪੁਰ ਦੇ ਨਰ ਹਨ, ਹਸਹਿ ਆਨੰਦਪੁਰ ਕੀਰ ਨਰ। ਆਨੰਦਪੁਰ ਦੇ ਮਨੁੱਖ ਸਾਨੂੰ ਹੱਸਦੇ ਸੀ, ਮਖੌਲ ਕਰਦੇ ਸੀ, ਕਹਿੰਦੇ ਭੀਮ ਚੰਦ ਦੇ ਮਨੁੱਖਾਂ ਨੂੰ ਵੇਖੋ ਕਿਵੇਂ ਧੱਕੇ ਵੱਜੇ ਐ। ਜਾਵਦ ਕਰਕੇ ਜੰਗ ਕੋ ਨਹਿ ਵਾਹਰ ਨੇ ਕਾਸੇ। ਜਿੰਨਾ ਚਿਰ ਜੰਗ ਕਰਕੇ ਤੁਸੀਂ ਆਨੰਦਪੁਰ ਸਾਹਿਬ ਨਗਰੀ ਤਥਾ ਕਹਿਲੂਰ ਦੀ ਦੂਣ ਵਿੱਚੋਂ ਕਲਗੀਧਰ ਨੂੰ ਕੱਢਦੇ ਨਹੀਂ ਹੋ ਨਾ ਬਾਦਸ਼ਾਹ, ਤਾਵਦ ਥਿਰੇ ਨਿਚਿੰਤ ਹੋਏ ਕਿਸ ਤੇ ਪਰਵਾਸੇ। ਉਹਨਾਂ ਚਿਰ ਕਿਹਦੇ ਭਰੋਸੇ ਤੇ ਨਿਚਿੰਤ ਹੋ ਕੇ ਬੈਠੇ ਹੋ? ਜਿਹੋ ਜਿਹੀ ਉਹ ਤਿਆਰੀ ਵਿੱਚ ਜੁਟੇ ਐ, ਉਮੀਦ ਹੈ ਕਿ ਜੇ ਕੋਈ ਵੀ ਵਸੀਲਾ ਨਾ ਕੀਤਾ ਗਿਆ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਰਾਜ ਖੋਹ ਲੈਣਗੇ। ਕਰ ਸਮਾਜ ਸੰਗਰਾਮ ਕੋ ਦਿਨ ਪ੍ਰੀਤ ਬਨ ਗਾਡੇ। ਇਹ ਨਿਤਾ ਪ੍ਰਤੀ ਹੀ ਹਿਰਦੇ ਵਿੱਚ ਪ੍ਰੀਤ ਧਾਰਨ ਕਰਕੇ ਤੇ ਸੰਗਰਾਮ ਦੀ ਤਿਆਰੀ ਵਿੱਚ, ਜੰਗ ਦੀ ਤਿਆਰੀ ਵਿੱਚ ਹਨ। ਜੇ ਨਾ ਕਰੋ ਉਪਚਾਰ ਕਛ ਤੁਮ ਕੋ ਪੁਰ ਕਾਢੇ। ਜੇ ਕੋਈ ਉਪਚਾਰ ਨਾ ਕੀਤਾ ਗਿਆ ਤੇ ਤੁਹਾਨੂੰ ਬਿਲਾਸਪੁਰ ਚੋਂ ਕੱਢ ਦੇਣਗੇ ਕਲਗੀਧਰ। ਭੀਮ ਚੰਦ ਕਰ ਕੋਪ ਕੋ ਕੈਸੇ ਸਭ ਹੋਈ। ਭੀਮ ਚੰਦ ਸੁਣ ਕੇ ਕ੍ਰੋਧ ਵਿੱਚ ਆਇਆ ਤੇ ਪੁੱਛਦਾ ਇਹ ਸਾਰੀ ਗੱਲ ਕਿਵੇਂ ਹੋਈ। ਮਿਲੇ ਕੇ ਨਹਿ ਬੋਲੇ ਕੇ ਨਹਿ ਕਹੀ ਹੈ ਸਭ ਹੋਈ। ਉਹ ਤੁਹਾਨੂੰ ਮਿਲੇ ਕਿ ਨਹੀਂ ਗੁਰੂ, ਤੁਹਾਡੇ ਨਾਲ ਬੋਲੇ ਕਿ ਨਹੀਂ, ਜੋ ਗੱਲ ਹੋਈ ਸਾਰੀ ਦੱਸੋ ਮੈਨੂੰ। ਅਸ ਬਿਗਾਰ ਕਿਛ ਵਿਦ ਭਇਓ ਮਾਰਨ ਲਗ ਬਾਤੀ। ਐਸਾ ਵਿਗਾੜ ਕਿਵੇਂ ਹੋ ਗਿਆ ਜਿਹੜੀ ਮਾਰਨ ਤੱਕ ਗੱਲ ਪਹੁੰਚ ਗਈ। ਕਰਹੁ ਸੁਨਾਵਨ ਸ਼ੋਰ ਤੇ ਬੀਤੀ ਜਿਸ ਭਾਂਤੀ। ਜਿਸ ਤਰ੍ਹਾਂ ਗੱਲ ਬਤੀਤ ਹੋਈ ਮੁੱਢ ਤੋਂ ਮੈਨੂੰ ਸਾਰੀ ਦੱਸੋ। ਸੁਨ ਪ੍ਰੋਹਿਤ ਪੰਮੇ ਕਹੀ ਹਮ ਕੀਨ ਬਿਡਾਈ। ਪ੍ਰੋਹਿਤ ਪੰਮਾ ਬੋਲਿਆ ਤੇ ਕਹਿਣ ਲੱਗਾ, ਹੇ ਰਾਜਨ, ਅਸੀਂ ਸਤਿਗੁਰਾਂ ਦੀ ਪਹਿਲਾਂ ਉਪਮਾ ਕੀਤੀ ਜਾ ਕੇ। ਜਾਚੀ ਚਾਰਹੁ ਵਸਤ ਜਬ ਨਹਿ ਗਿਰਾ ਅਲਾਈ। ਹਾਥੀ ਆਦਿ ਚਾਰੇ ਵਸਤੂਆਂ ਮੰਗੀਆਂ ਪਰ ਗੁਰੂ ਅੱਗੋਂ ਕੁਝ ਨਹੀਂ ਬੋਲੇ, ਚੁੱਪ ਹੀ ਰਹੇ। ਦੇਨ ਕਹੇ ਜਬ ਰਜਤ ਪਨ ਸੁਨ ਕਰ ਔਰ ਕ੍ਰੋਧਾ। ਤੇ ਜਦੋਂ ਮਾਮਲਾ ਦੇਣ ਦੀ ਗੱਲ ਹੋਈ ਕਿ ਇੱਕ ਇੱਕ ਵਸਤੂ ਦੇ ਨਾਲ 1,000 ਰੁਪਈਆ ਜਿਹੜਾ ਹੈ ਉਹ ਭੀਮ ਚੰਦ ਦੇਵੇਗਾ, 1,000 ਰੁਪਈਆ ਵਸਤੂ ਦੇ ਨਾਲ ਤੁਹਾਨੂੰ ਦਕਸ਼ਨਾ ਦੇਵੇਗਾ। ਸੁਣਦਿਆਂ ਸਾਰ ਗੁਰੂ ਕ੍ਰੋਧ ਵਿੱਚ ਆ ਗਏ। ਕਰੇ ਉਠਾਵਨ ਪਾਸ ਤੇ ਪ੍ਰੇਰਨ ਕਰ ਜੋਧਾ। ਤੇ ਆਪਣੇ ਕੋਲੋਂ ਸਾਨੂੰ ਉਠਾ ਦਿੱਤਾ, ਆਪਣੇ ਯੋਧਿਆਂ ਨੂੰ ਪ੍ਰੇਰਿਆ ਤੇ ਕਿਹਾ ਇਹਨਾਂ ਬਾਹਰ ਕੱਢੋ। ਡਰੇ ਲਗੋ ਧਰੇ ਧਕੇ ਲੇਤੇ ਧਕੇਲ ਤੇ ਪੁਰ ਵਹਿਰ ਨਿਕਾਸੇ। ਡੇਰੇ ਲੱਗੋਂ ਧਕੇਲ ਤੇ ਪੁਰ ਵਹਿਰ ਨਿਕਾਸੇ। ਡੇਰੇ ਤੱਕ ਜਿੱਥੇ ਸਾਡਾ ਪੜਾਅ ਸੀ ਨਗਰੀ ਦੇ ਬਾਰ-ਬਾਰ ਲਾਇਆ, ਉਥੋਂ ਤੱਕ ਸਾਨੂੰ ਧੱਕੇ ਮਾਰਦੇ ਹੋਏ ਉਹਨਾਂ ਨੇ ਬਾਹਰ ਕੱਢਿਆ ਆਨੰਦਪੁਰ ਸਾਹਿਬ ਚੋਂ। ਹਮਰੋ ਚਲੋ ਜਬ ਬਸ ਕਛੂ ਆਏ ਤੁਮ ਪਾਸੇ। ਹਮਰੋ ਚੱਲਿਓ ਨਾ ਬਸ ਕਛੂ, ਜਦੋਂ ਸਾਡਾ ਕੋਈ ਵਸ ਨਾ ਚੱਲਿਆ, ਜ਼ੋਰ ਨਾ ਚੱਲਿਆ ਤੇ ਅਸੀਂ ਤੁਹਾਡੇ ਕੋਲ ਆ ਗਏ ਹਾਂ ਰਾਜਾ ਜੀ। ਜੇ ਨਾ ਤਦਾਰਕ ਅਬ ਕਰੋ ਸੈਨਾ ਨਾ ਚੜਾਓ। ਜੇ ਹਾਲੇ ਵੀ ਤੁਸੀਂ ਉਹਨਾਂ ਦਾ ਕੋਈ ਤਦਾਰਕ ਨਰਾਦਰ ਨਾ ਕੀਤਾ, ਕੋਈ ਬੰਦੋਬਸਤ ਨਾ ਕੀਤਾ, ਸੈਨਾ ਨਾ ਚੜਾਈ ਆਨੰਦਪੁਰ ਸਾਹਿਬ ਤੇ। ਤੋ ਗੁਰ ਕਾਜ ਜਾਣ ਹੈ ਤੁਮ ਹੈ ਰਣ ਮਹਿ ਨਾ ਪਵਾਰੋ। ਤੋ ਗੁਰ ਕਿਆ ਜਾਣੈ ਤੁਮੈ, ਤਾਂ ਗੁਰੂ ਤੁਹਾਨੂੰ ਕੀ ਜਾਣਦਾ ਹੈ। ਰਣ ਮਹਿ ਨਾ ਪਲਾਵੋ, ਜਿੰਨਾ ਚਿਰ ਰਣ ਭੂਮੀ ਵਿੱਚ ਉਹਨਾਂ ਨੂੰ ਤੁਸੀਂ ਦੜਾਉਂਦੇ ਨਹੀਂ ਹੋ, ਉਹ ਤੁਹਾਨੂੰ ਕੀ ਜਾਣਦਾ ਹੈ। ਪਾਏ ਜੋਰ ਆਨੰਦ ਪੂਰੇ ਪੁਰ ਵਹਿਰ ਨਿਕਾਰੋ। ਜੋਰ ਪਾ ਕੇ ਆਨੰਦਪੁਰ ਸਾਹਿਬ ਨਗਰ ਦੇ ਉੱਤੇ ਤੇ ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਰ ਬਸਾਵਹੁ ਜੇ ਬਸੈ ਕਰ ਨਿਜ ਅਨੁਸਾਰੋ। ਤੇ ਫਿਰ ਉਹਨਾਂ ਨੂੰ ਆਪਣੇ ਅਨੁਸਾਰੀ ਹੋ ਕੇ ਵਸਾਓ। ਜੇ ਦੁਬਾਰਾ ਫਿਰ ਉਹ ਵਸਣਾ ਚਾਹਣ ਆਨੰਦਪੁਰ ਸਾਹਿਬ ਨਗਰੀ, ਤੇ ਉਹਨਾਂ ਨੂੰ ਕਹੋ ਸਾਡੇ ਅਧੀਨ ਹੋ ਕੇ ਵਸਣਾ ਤੇ ਰਹੋ।
ਅਨਿਆਥਾ ਇੱਥੇ ਤੁਹਾਨੂੰ ਨਹੀਂ ਰਹਿਣ ਦਿਆਂਗੇ, ਵਸਣ ਦਿਆਂਗੇ। ਸੋ ਇਹ ਕਹਿਲੂਰ ਦੀ ਦੂਣ ਵਿੱਚ ਉਹਨਾਂ ਨੂੰ ਕੱਢ ਦਿਓ। ਸੁਨਤ ਕਪਿਓ ਤਬ ਸੈਲ ਪਤ ਪਾਤੀ ਲਖਵਾਈ। ਸੁਣ ਕੇ ਭੀਮ ਚੰਦ ਕ੍ਰੋਧ ਵਿੱਚ ਆਇਆ ਤੇ ਚਿੱਠੀ ਲਿਖਵਾਈ। ਬਸਿਓ ਚਹਿ ਜੇ ਆਨੰਦਪੁਰ ਦਹੋ ਦਰਦ ਪਠਾਈ। ਦੇਹੋ ਦੁਰਦ ਪਠਾਈ। ਜੇ ਤੁਸੀਂ ਆਨੰਦਪੁਰ ਸਾਹਿਬ ਨਗਰੀ ਰਹਿਣਾ ਚਾਹੁੰਦੇ ਹੋ ਇਹ ਕਲਗੀਆਂ ਵਾਲੇ ਪਾਤਸ਼ਾਹ, ਤੇ ਤੁਸੀਂ ਬਿਨਾਂ ਦੇਰੀ ਤੋਂ ਪ੍ਰਸ਼ਾਦੀ ਹਾਥੀ ਮੇਰੇ ਕੋਲ ਭੇਜ ਦਿਓ, ਘੱਲ ਦਿਓ। ਨਤੁਰ ਨਗਾਰਾ ਛੀਨ ਕੈ ਪੁਰ ਵਾਹਿਰ ਨਿਕਾਰੋਂ। ਵਹਿਰ ਨਿਕਾਰਾ ਅਨਿਆਥਾ ਨਗਾਰਾ ਖੋ ਕੇ ਤੇ ਤੁਹਾਨੂੰ ਨਗਰੀ ਚੋਂ ਬਾਹਰ ਕੱਢ ਦਿਆਂਗਾ। ਜਾਂ ਤੇ ਤੁਸੀਂ ਹਾਥੀ ਮੈਨੂੰ ਭੇਜ ਦਿਓ, ਨਹੀਂ ਤਾਂ ਮੈਂ ਤੁਹਾਡੇ ਕੋਲੋਂ ਰਣਜੀਤ ਨਗਾਰਾ ਖੋ ਕੇ ਤੇ ਤੁਹਾਨੂੰ ਬਾਹਰ ਕੱਢ ਦਿਆਂਗਾ ਪਿੰਡ ਚੋਂ, ਨਗਰ ਚੋਂ। ਕਰਹਿ ਜੇ ਲਬਰੇ ਹੇਤ ਅਬ। ਲਰਬੇ ਹੇਤ ਅਬ। ਜੇ ਲੜਨ ਵਾਸਤੇ ਤੁਸੀਂ ਹੇਤ ਕਰਦੇ ਹੋ, ਭਾਵ ਲੜਨ ਵਿੱਚ ਹੀ ਤੁਹਾਡਾ ਹਿੱਤ ਹੈ, ਤੇ ਸਗਰੇ ਸਿੱਖ ਮਾਰਾਂ, ਮੈਂ ਤੁਹਾਡੇ ਸਾਰੇ ਸਿੱਖਾਂ ਸੰਗੀਆਂ ਨੂੰ ਮਾਰ ਦਿਆਂਗਾ, ਸਾਰਿਆਂ ਦਾ ਵਿਨਾਸ਼ ਕਰ ਦਿਆਂਗਾ। ਪਕਰ ਕੈਦ ਕਰ ਰਾਖੇ ਹੋ ਨਤ ਜੰਗ ਸੰਘਾਰੋਂ। ਜਾਂ ਤੇ ਕੈਦ ਕਰਕੇ ਬੰਦੀਖਾਨੇ ਵਿੱਚ ਰੱਖ ਲਵਾਂਗਾ, ਤੇ ਨਹੀਂ ਜੰਗ ਦੇ ਵਿੱਚ ਮਾਰ ਦਿਆਂਗਾ ਮੈਂ। ਅਬ ਲੋ ਮੈਂ ਟਾਰਾ ਕਰਿਓ ਗੁਰਤਾ ਸੋ ਵਿਚਾਰਾਂ। ਤੁਸੀਂ ਗੁਰਤਾ ਗੱਦੀ ਸਿੰਘਾਸਨ ਤੇ ਸਥਿਤ ਹੋ, ਇਹ ਵਿਚਾਰ ਕਰਦਿਆਂ ਮੈਂ ਹਲੇ ਤੱਕ ਟਾਲਾ ਕਰਦਾ ਰਿਹਾ ਹਾਂ। ਭਲੇ ਖਿਲਾਊ ਤੋਹੇ ਕੋ ਵਿੱਚ ਦੂਣ ਅਖੇਰਾ। ਜੇ ਤੁਸੀਂ ਪ੍ਰਸ਼ਾਦੀ ਹਾਥੀ ਨਾ ਦਿੱਤਾ ਤੇ ਫਿਰ ਭਲੀ ਪ੍ਰਕਾਰ ਤੁਹਾਨੂੰ ਮੈਂ ਇਸ ਕਹਿਲੂਰ ਦੀ ਦੂਨ ਵਿੱਚ ਸ਼ਿਕਾਰ ਖਿਡਾਵਾਂਗਾ। ਆਈ ਜਨ ਹੋ ਸੈਨ ਮਮ ਹੈਰੋਂ ਬਲ ਤੇਰਾ। ਹੀਰੋਂ ਬਲ ਤੇਰਾ, ਮੇਰੀ ਸੈਨਾ ਆਈ ਜਾਣੋ, ਫਿਰ ਵੇਖਾਂਗਾ ਕਿੰਨਾ ਕੁ ਤੁਹਾਡਾ ਤੇ ਤੁਹਾਡੀ ਸੈਨਾ ਵਿੱਚ ਬਲ ਹੈ। ਕੂਚ ਕਰਹੁ ਮਮ ਦੇਸ਼ ਤੇ ਕੈ ਦੀਜੋ ਹਾਥੀ। ਜਾਂ ਮੇਰੇ ਦੇਸ਼ ਚੋਂ ਚਲੇ ਜਾਓ ਜਾਂ ਹਾਥੀ ਦੇ ਦਿਓ। ਨਤ ਸ਼ਸਤਰਨ ਕੋ ਮੇਲ ਹਵੈ ਕੋ ਕਰ ਲਹੋ ਸਾਥੀ। ਅਨਿਆਥਾ ਫਿਰ ਸ਼ਸਤਰਾਂ ਨਾਲ ਹੀ ਮੇਲ ਹੋਵੇਗਾ ਰਣ ਭੂਮੀ ਵਿੱਚ, ਤੇ ਕਿਸੇ ਨੂੰ ਆਪਣਾ ਸਾਥੀ ਬਣਾਉਣਾ ਤੇ ਬਣਾ ਲਿਓ। ਮੇਰੀ ਸੈਨਾ ਆਈ ਲਖੋ, ਆਈ ਜਾਣੋ। ਜੋਰ ਸ਼ੋਰ ਨਿਤ ਯਾਦ ਕੋ ਲਿਖ ਤੁਰਤ ਪਠਾਏ। ਇਤਿਆਦ ਕੋ, ਬੜੇ ਜ਼ੋਰ ਸ਼ੋਰ ਦੇ ਨਾਲ ਇਤਿਆਦ ਬੋਲ ਭੀਮ ਚੰਦ ਨੇ ਕਰੜੇ ਲਿਖ ਕੇ ਪੱਤਰਕਾ ਦੇ ਵਿੱਚ ਚਿੱਠੀ ਵਿੱਚ ਗੁਰਾਂ ਕੋਲ ਭੇਜੇ ਹੈ। ਪੀਛੇ ਆਪਣੀ ਮਦਦ ਹਿਤ ਜਿਤ ਕਿਤ ਹੈ ਬੁਲਾਏ। ਤੇ ਚਿੱਠੀ ਗੁਰਾਂ ਵੱਲ ਭੇਜ ਕੇ ਤੇ ਆਪਣੀ ਮਦਦ ਵਾਸਤੇ ਜਿੱਥੋਂ ਕਿਤੋਂ ਸਾਰੇ ਹੀ 22 ਧਾਰ ਦੇ ਰਾਜਿਆਂ ਨੂੰ ਨਿਮੰਤਰਣ ਸੱਦਾ ਭੇਜਿਆ। ਮੰਡੇ ਨਗਰ ਸੁਕੇਤ ਕੇ ਸੈਨਾ ਜਸਵਾਲੇ। ਜੋ ਸੁਕੇਤ ਮੰਡੀ ਦਾ ਰਾਜਾ ਹੈ ਜਸਵਾਲੀਆ, ਉਹਨੂੰ ਵੀ ਸੱਦਿਆ। ਨਿਕਟ ਕਟੋਚੀ ਕੋ ਲਿਖਿਓ ਆਵਹੋ ਬਲ ਵਾਲੇ। ਬਲ ਵਾਲੇ, ਹੇ ਬਲਸ਼ਾਲੀ ਕਿਰਪਾਲ ਕਟੋਚੀਆ ਤੂੰ ਵੀ ਆਉਣਾ ਕਰ। ਕਿਰਪਾਲ ਕਟੋਚੀਏ ਨੂੰ ਵੀ ਸੱਦਿਆ। ਪੁਰੀ ਦੜੌਦ ਭੇਜ ਕੈ ਪਹੁੰਚਹੁ ਰਣ ਕਾਜਾ। ਤੇ ਦੜੌਲਦਪੁਰੀ ਦੇ ਵਿੱਚ ਵੀ ਸੁਨੇਹਾ ਭੇਜਿਆ ਗਿਆ ਕਿ ਰਣ ਦਾ ਕਾਰਜ ਹੈ, ਛੇਤੀ ਆਉਣਾ ਕਰੋ। ਹਰੀ ਚੰਦ ਕੋ ਬਹੁ ਲਿਖਿਓ ਇਹ ਸਭ ਕੀ ਲਾਜਾ। ਇਹ ਹਰੀ ਚੰਦ ਹੰਡੂਰੀਏ ਨੂੰ ਵੀ ਚਿੱਠੀ ਲਿਖੀ ਗਈ ਕਿ ਸਾਰਿਆਂ ਦੀ ਲੱਜਾ ਹੈ, ਹੁਣ ਸਤਿਗੁਰਾਂ ਦੇ ਨਾਲ ਭੇੜ ਪੈ ਗਿਆ ਹੈ। ਜੰਗ ਦਾ ਹਾਲਾਤ ਜਿਹੜਾ ਉਹ ਬਣ ਚੁੱਕਾ ਹੋਇਆ ਹੈ। ਬਿਨਾਂ ਦੇਰੀ ਤੋਂ ਛੇਤੀ ਹੀ ਬਿਲਾਸਪੁਰ ਦੇ ਵਿੱਚ ਆਉਣਾ ਕਰੋ। ਸਾਰਿਆਂ ਨੂੰ ਹੀ ਸੁਨੇਹੇ ਪੱਤਰ ਭੇਜ ਦਿੱਤੇ ਗਏ। ਗ੍ਰਾਮਨ ਸ਼ੇਰ ਕਤਰ ਕਰ ਜੇਤਕ ਜਹ ਹੋਈ। ਜਿੱਥੇ ਵੀ ਨਗਰ ਦੀ ਸ਼ੇਰ ਇਕੱਤਰਤ ਕਰਕੇ, ਜਿੱਥੋਂ ਵੀ ਮਿਲਦੀ ਸ਼ੇਰ ਨਾਮ ਨਗਰ ਦੀ ਜਿਹੜੀ ਨੌਜਵਾਨ ਨਗਰ ਦੇ ਵਿੱਚ ਜਿਹੜੇ ਐ ਮੁੰਡੇ
ਇੱਧਰ ਉੱਧਰ ਤੁਰੇ ਫਿਰਦੇ ਹੁੰਦੇ ਵੇਲੇ ਜਾਂ ਲੁਟੇਰੇ ਆਦਿ ਉਹਨਾਂ ਸਾਰਿਆਂ ਨੂੰ ਨਗਰ ਵਾਸੀਆਂ ਨੂੰ ਇਕੱਠੇ ਕਰਕੇ ਨਾਲ ਲਿਆਓ। ਜੰਗ ਦਾ ਵੱਡਾ ਕੰਮ ਬਣ ਗਿਆ ਹੈ। ਪਹੁੰਚਹੁ ਤੁਰਤ ਸਮੀਪ ਮਮ ਹਿਤ ਕਾਰਜ ਜੋਈ। ਜਿਹੜਾ ਜੰਗ ਦਾ ਕਾਰਜ ਇਸ ਵਾਸਤੇ ਛੇਤੀ ਪਹੁੰਚਣਾ ਕਰੋ ਬਿਨਾਂ ਦੇਰੀ ਤੋਂ। ਇਮ ਹਕਾਰ ਸਗਰੇਨ ਕੋ ਗਨ ਸੈਨ ਬਟੋਰੀ। ਇਸ ਤਰ੍ਹਾਂ ਬਹੁਤ ਸੈਨਾ ਇਕੱਤਰਿਤ ਕੀਤੀ। ਸਾਰੇ ਪਹਾੜੀ ਰਾਜਿਆਂ ਨੂੰ ਸੱਦਿਆ ਗਿਆ ਭੀਮ ਚੰਦ ਰਾਜੇ ਵੱਲੋਂ। ਭਏ ਇਕਤਰ ਪਹਾੜੀਏ ਸਭ ਸਲਖੈ ਛੋਰੀ। ਪਹਾੜੀ ਰਾਜੇ ਬਿਲਾਸਪੁਰ ਨਗਰੀ ਵਿੱਚ ਇਕੱਤਰਤ ਹੋਏ ਤੇ ਜਦੋਂ ਇਕੱਠ ਹੋਇਆ ਤੇ ਸਲਖਾਂ ਛੱਡੀਆਂ ਗਈਆਂ, ਬੰਦੂਕਾਂ ਦੇ ਹਵਾਈ ਫੈਰ ਕੱਢੇ ਗਏ। ਇਤ ਕਾਦਰ ਆਨੰਦਪੁਰ ਪਹੁੰਚਿਓ ਜਬ ਆਈ। ਇਧਰ ਜਿਹੜੀ ਪੱਤਰਕਾ ਹੈ, ਚਿੱਠੀ ਹੈ, ਸ੍ਰੀ ਆਨੰਦਪੁਰ ਸਾਹਿਬ ਨਗਰੀ ਪਹੁੰਚੀ। ਸੁਧ ਹਜੂਰ ਪਹੁੰਚੀ ਤਬ ਹੈ ਨੇਤਰ ਪੱਤਰ ਪਠਾਈ। ਨਰੇਪ ਪੱਤਰ ਪਠਾਈ। ਹਜੂਰ ਕਲਗੀਆਂ ਵਾਲੇ ਕੋਲ ਸੁਧ ਪਹੁੰਚੀ। ਸਤਿਗੁਰੂ ਜੀ ਭੀਮ ਚੰਦ ਨੇ ਪੱਤਰਕਾ ਭੇਜੀ ਹੈ, ਚਿੱਠੀ ਘੱਲੀ ਹੈ। ਨਿਕਟ ਅਨਾਏ ਬਿਠਾਏ ਕਰ ਸਭ ਸਭਾ ਮਝਾਰਾ। ਤੇ ਨਿਕਟ ਅਨਾਏ ਬਿਠਾਏ ਕਰ। ਸਤਿਗੁਰਾਂ ਨੇ ਚਿੱਠੀ ਲਿਆਉਣ ਵਾਲੇ ਨੂੰ ਕੋਲ ਸੱਦਿਆ, ਸਭਾ ਵਿੱਚ ਬਿਠਾਇਆ। ਸੁਣਿਓ ਹੰਕਾਰੀ ਕੋ ਸਕਲ ਜੋ ਲਿਖਿਓ ਕਰਾਰਾ। ਜੋ ਕਰਾਰੇ ਕਰੜੇ ਬੋਲ ਹੰਕਾਰੀ ਅਭਿਮਾਨੀ ਭੀਮ ਚੰਦ ਨੇ ਲਿਖੇ ਸਤਿਗੁਰਾਂ ਸੁਣੇ। ਦਹੋ ਹਾਥੀ ਕੈ ਨਿਕਸੀਐ ਨਤ ਲਿਹੋ ਸੰਗਰਾਮਾ। ਕੀ ਲਿਖਿਆ ਹੈ? ਜਾਂ ਹਾਥੀ ਦੇ ਦਿਓ ਜਾਂ ਤੁਸੀਂ ਆਨੰਦਪੁਰ ਸਾਹਿਬ ਨਗਰੀ ਛੱਡ ਕੇ ਚਲੇ ਜਾਓ ਜਾਂ ਫਿਰ ਜੰਗ ਕਰ ਲਾ। ਤਿੰਨ ਹੀ ਗੱਲਾਂ, ਚੌਥੀ ਗੱਲ ਹੀ ਨਹੀਂ ਮੈਂ ਤੁਹਾਡੇ ਨਾਲ ਕਰਨੀ। ਹਾਥੀ ਦਿਓ, ਨਗਰੀ ਛੱਡ ਕੇ ਚਲੇ ਜਾਓ, ਨਹੀਂ ਤੇ ਜੰਗ ਕਰੋ। ਸੁਣ ਕਲਗੀ ਧਰ ਰਿਸ ਭਰੇ ਹਮਰੋ ਰਣ ਕਾਮਾ। ਸਤਿਗੁਰੂ ਜੀ ਸੁਣ ਕੇ ਵੀਰ ਰਸ ਵਿੱਚ ਆਏ, ਕਹਿਣ ਲੱਗੇ ਸਾਡਾ ਕੰਮ ਹੀ ਜੰਗ ਕਰਨਾ ਹੈ। ਜਚ ਹੈ ਗੁਰ ਘਰ ਤੇ ਜਥਾ ਪ੍ਰਤਪਾਰ ਹੋਏ ਸੋਈ। ਪ੍ਰਾਪਤ ਹੋਏ ਸੋਈ। ਗੁਰੂ ਘਰ ਦੇ ਵਿੱਚੋਂ ਜੋ ਕੋਈ ਮੰਗੇਗਾ ਉਹੀ ਪ੍ਰਾਪਤ ਹੋਵੇਗਾ ਉਸ ਨੂੰ। ਨਹਿ ਗਜ ਨਿਕਸਨ ਨਹਿ ਬਨਹਿ ਤਿਹੋ ਤੀਸਰ ਜੋਈ। ਲਿਓ ਤੀਸਰ ਜੋਈ। ਹਾਥੀ ਦੀ ਗੱਲ ਹੈ, ਹਾਥੀ ਨਹੀਂ ਮਿਲੇਗਾ ਪ੍ਰਸ਼ਾਦੀ ਹਾਥੀ। ਤੇ ਨਗਰੀ ਛੱਡ ਕੇ ਜਾਣ ਦੀ ਗੱਲ ਕਰਦੇ ਹੋਏ ਅਸੀਂ ਕਦੇ ਛੱਡਾਂਗੇ ਨਹੀਂ। ਆਪਣੀ ਜਰ ਖਰੀਦ ਕੇ, ਆਪਣੀ ਜ਼ਮੀਨ ਖਰੀਦ ਕੇ ਅਸੀਂ ਨਗਰੀ ਵਸਾਈ ਹੋਈ ਹੈ। ਕਿਉਂ ਅਸੀਂ ਆਪਣਾ ਨਗਰ, ਆਪਣਾ ਘਰ ਛੱਡ ਕੇ ਜਾਈਏ? ਤੀਜੀ ਗੱਲ ਵਾਸਤੇ ਅਸੀਂ ਤਿਆਰ ਬਰ ਤਿਆਰ ਹਾਂ। ਜੰਗ ਕਰਨ ਵਾਸਤੇ ਅਸੀਂ ਤਿਆਰ ਹਾਂ। ਜੰਗ ਕਰਨ ਵਾਸਤੇ ਕੱਲ ਦੀ ਥਾਂ ਅੱਜ ਹੀ ਆ, ਅਸੀਂ ਹੁਣੇ ਹੀ ਤਿਆਰ ਹਾਂ। ਨਹਿ ਕੁਛ ਹਮਰੇ ਬਿਲਮ ਹੈ ਇੱਕ ਧਰੈ ਉਡੀਕਾ। ਕੋਈ ਦੇਰੀ ਨਹੀਂ, ਅਸੀਂ ਉਡੀਕ ਰਹੇ ਹਾਂ ਜੰਗ ਵਾਸਤੇ। ਉਰ ਵਹਿ ਉਰ ਕੀ ਲਾਲਸਾ ਕਰ ਕੈ ਰਣਨੀਕਾ। ਤੇਰੇ ਹਿਰਦੇ ਦੀ ਲਾਲਸਾ ਅਸੀਂ ਪੂਰਨ ਕਰ ਦਿਆਂਗੇ। ਰਣ ਭੂਮੀ ਦੇ ਵਿੱਚ ਚੰਗਾ ਜੰਗ ਕਰਕੇ ਜਦੋਂ ਖੂਨ ਦੀਆਂ ਧਾਰਾਵਾਂ ਵਗੀਆਂ, ਤੇਰੀ ਸੈਨਾ ਨੂੰ ਜਦੋਂ ਅਸੀਂ ਲੋਹੇ ਦੇ ਚਣੇ ਚਬਾਏ ਤੇ ਪਤਾ ਲੱਗ ਜਾਏਗਾ ਜੰਗ ਕੀ ਹੁੰਦਾ ਹੈ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਵੀ ਫਿਰ ਅੱਗੋਂ ਭੀਮ ਚੰਦ ਨੂੰ ਕਰੜੇ ਸ਼ਬਦਾਂ ਦੇ ਵਿੱਚ ਉੱਤਰ ਜਿਹੜਾ ਉਹ ਹਲਕਾਰੇ ਦੁਆਰਾ ਭੇਜਿਆ, ਜਿਹਨੂੰ ਸੁਣ ਕੇ ਭੀਮ ਚੰਦ ਵੀ ਬੌਖਲਾ ਉੱਠਿਆ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਸਤਿਗੁਰੂ ਕਿਰਪਾ ਕਰਨ, ਅੱਗੇ ਵਾਸਤੇ ਸ੍ਰੇਸ਼ਟ ਮਤ, ਉਜਵਲ ਮਤ ਬਖਸ਼ਿਸ਼ ਕਰਨ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਨਹਿ ਕੁਛ ਹਮਰੇ ਬਿਲਮ ਹੈ ਇੱਕ ਧਰੈ ਉਡੀਕਾ। ਪੁਰ ਵਹਿ ਉਰ ਕੀ ਲਾਲਸਾ ਕਰ ਕੈ ਰਣਨੀਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।